ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਆਪਾਂ ਪੰਜਾਬੀ ਲੋਕ ਕਥਾਵਾਂ ਦੀ ਇੱਕ ਬਹੁਤ ਹੀ ਪਿਆਰੀ, ਦਿਲਚਸਪ ਅਤੇ ਕਦੇ ਨਾ ਪੁਰਾਣੀ ਹੋਣ ਵਾਲੀ ਕਹਾਣੀ ਬਾਰੇ ਗੱਲ ਕਰਨ ਜਾ ਰਹੇ ਹਾਂ। ਕਹਾਣੀ ਹੈ ਸ਼ੇਰੂ ਅਤੇ ਚਿੜੀ ਦੀ ਅਨੋਖੀ ਦੋਸਤੀ। ਇਹ ਸਿਰਫ ਬੱਚਿਆਂ ਲਈ ਸੁਣਨ ਵਾਲੀ ਬਾਤ ਨਹੀਂ ਹੈ, ਸਗੋਂ ਸਾਡੇ ਸਾਰਿਆਂ ਲਈ ਇੱਕ ਬਹੁਤ ਹੀ ਡੂੰਘਾ ਸੁਨੇਹਾ ਲੈ ਕੇ ਆਉਂਦੀ ਹੈ। ਅੱਛਾ, ਕਈ ਵਾਰ ਆਪਾਂ ਸੋਚਦੇ ਹਾਂ ਨਾ ਕਿ ਤਾਕਤ ਅਤੇ ਆਕਾਰ ਹੀ ਸਭ ਕੁਝ ਹੁੰਦਾ ਹੈ, ਪਰ ਅੱਜ ਆਪਾਂ ਇਸ ਕਹਾਣੀ ਦੇ ਪਾਤਰਾਂ ਰਾਹੀਂ ਸਮਝਾਂਗੇ ਕਿ ਜ਼ਿੰਦਗੀ ਵਿੱਚ ਅਸਲ ਰਿਸ਼ਤੇ ਕਿਵੇਂ ਬਣਦੇ ਹਨ ਅਤੇ ਦਇਆ ਦੀ ਅਸਲ ਕੀਮਤ ਕੀ ਹੁੰਦੀ ਹੈ। ਠੀਕ ਹੈ, ਆਓ ਸਿੱਧਾ ਇਸ ਵਿੱਚ ਡੂੰਘਾਈ ਨਾਲ ਜਾਈਏ। ਕੀ ਜੰਗਲ ਦਾ ਸਭ ਤੋਂ ਛੋਟਾ ਜੀਵ ਆਪਣੇ ਸਭ ਤੋਂ ਤਾਕਤਵਰ ਰਾਜੇ ਨੂੰ ਬਚਾ ਸਕਦਾ ਹੈ? ਸੁਣਨ ਵਿੱਚ ਥੋੜਾ ਅਜੀਬ ਲੱਗਦਾ ਹੈ ਨਾ? ਆਮ ਤੌਰ ਤੇ ਤਾਂ ਆਪਾਂ ਇਹੀ ਮੰਨਦੇ ਹਾਂ ਕਿ ਤਾਕਤਵਰ ਨੂੰ ਭਲਾ ਕਿਸੇ ਦੀ ਕੀ ਲੋੜ ਹੈ ਅਤੇ ਇੱਕ ਕਮਜ਼ੋਰ ਜੀਵ ਕਿਸੇ ਦੀ ਕੀ ਮਦਦ ਕਰੇਗਾ। ਪਰ ਯਕੀਨ ਮੰਨੋ, ਇਹ ਸਵਾਲ ਹੀ ਆਪਣੀ ਅੱਜ ਦੀ ਕਹਾਣੀ ਦੀ ਜਾਨ ਹੈ। ਬਿਨਾਂ ਕਹਾਣੀ ਦਾ ਮਜ਼ਾ ਖਰਾਬ ਕੀਤਿਆਂ ਆਪਾਂ ਇਹ ਦੇਖਾਂਗੇ ਕਿ ਕਿਵੇਂ ਕਈ ਵਾਰ ਸਭ ਤੋਂ ਵੱਡੀ ਮਦਦ ਸਭ ਤੋਂ ਛੋਟੀ ਅਤੇ ਅਣਕਿਆਸੀ ਜਗ੍ਹਾ ਤੋਂ ਆਉਂਦੀ ਹੈ। ਆਪਾਂ ਆਪਣੀ ਕਹਾਣੀ ਦੇ ਪਹਿਲੇ ਹਿੱਸੇ ਵੱਲ ਵਧਦੇ ਹਾਂ। ਭਾਗ ਪਹਿਲਾ, ਜੰਗਲ ਦਾ ਘਮੰਡੀ ਰਾਜਾ। ਇੱਕ ਬਹੁਤ ਹੀ ਵੱਡੇ ਅਤੇ ਹਰੇ ਭਰੇ ਜੰਗਲ ਦੀ ਕਲਪਨਾ ਕਰੋ। ਇੱਥੇ ਹਰ ਪਾਸੇ ਉੱਚੇ-ਉੱਚੇ ਦਰਖਤ ਨੇ ਅਤੇ ਇਸ ਜੰਗਲ ਦਾ ਰਾਜਾ ਹੈ ਸ਼ੇਰੂ। ਸ਼ੇਰੂ ਦੀ ਦਹਾੜ ਜੰਗਲ ਦੇ ਕੋਨੇ-ਕੋਨੇ ਵਿੱਚ ਗੂੰਜਦੀ ਹੈ ਤੇ ਇਹ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਦਰਸਾਉਂਦਾ ਹੈ ਸਾਡੇ ਦੋ ਮੁੱਖ ਪਾਤਰਾਂ ਵਿਚਲਾ ਜ਼ਮੀਨ ਅਸਮਾਨ ਦਾ ਫਰਕ। ਇੱਕ ਪਾਸੇ ਹੈ ਆਪਣਾ ਸ਼ੇਰੂ, ਜੋ ਆਕਾਰ ਵਿੱਚ ਇੱਕ ਪਹਾੜ ਵਰਗਾ ਹੈ, ਬੇਹੱਦ ਖਤਰਨਾਕ ਸ਼ਿਕਾਰੀ ਹੈ, ਪਰ ਹਾਂ ਥੋੜਾ ਕਮੰਡੀ ਵੀ ਹੈ। ਉਹ ਮੰਨਦਾ ਹੈ ਕਿ ਕੋਈ ਵੀ ਉਸਦੇ ਬਰਾਬਰ ਦਾ ਹੈ ਹੀ ਨਹੀਂ। ਤੇ ਦੂਜੇ ਪਾਸੇ ਸਾਡੀ ਦੂਜੀ ਪਾਤਰ ਚੀਂਚੀ ਨਾਂ ਦੀ ਇੱਕ ਨਿੱਕੀ ਜੀ ਚਿੜੀ, ਬਿਲਕੁਲ ਇੱਕ ਫੁੱਲ ਵਰਗੀ ਨਾਜ਼ੁਕ ਅਤੇ ਸਾਧਾਰਨ। ਮਤਲਬ ਕੁਦਰਤ ਦਾ ਕਮਾਲ ਦੇਖੋ, ਦੋਨੋਂ ਪਾਤਰ ਸਰੀਰਕ ਤੌਰ ਤੇ ਇੱਕ ਦੂਜੇ ਦੇ ਬਿਲਕੁਲ ਉਲਟ ਹਨ। ਸ਼ੇਰੂ ਦੇ ਦਿਮਾਗ ਨੂੰ ਸਮਝਣ ਲਈ ਇਹ ਗੱਲ ਬਹੁਤ ਜ਼ਰੂਰੀ ਹੈ। ਜੰਗਲ ਵਿੱਚ ਮੇਰੇ ਤੋਂ ਵੱਡਾ ਹੋਰ ਕੋਈ ਨਹੀਂ। ਇਹ ਸਿਰਫ ਕੋਈ ਕਹਿਣ ਵਾਲੀ ਗੱਲ ਨਹੀਂ ਸੀ, ਇਹ ਤਾਂ ਸ਼ੇਰੂ ਦੀ ਸੋਚ ਬਣ ਚੁੱਕੀ ਸੀ। ਅਸਲ ਵਿੱਚ ਉਸ ਦੀ ਤਾਕਤ ਨੇ ਉਸ ਨੂੰ ਅੰਨਾ ਕਰ ਦਿੱਤਾ ਸੀ। ਜੰਗਲ ਦਾ ਮਾਹੌਲ ਹੀ ਕੁਝ ਅਜਿਹਾ ਬਣ ਗਿਆ ਸੀ ਕਿ ਹਰ ਕੋਈ ਮੰਨਦਾ ਸੀ ਕਿ ਸ਼ੇਰੂ ਨੂੰ ਤਾਂ ਕਦੇ ਮੁਸੀਬਤ ਆ ਹੀ ਨਹੀਂ ਸਕਦੀ। ਇਹ ਹੰਕਾਰ ਕਹਾਣੀ ਦੀ ਸ਼ੁਰੂਆਤ ਵਿੱਚ ਇੱਕ ਅਜਿਹੀ ਨੀਂਹ ਰੱਖਦਾ ਹੈ ਜਿੱਥੇ ਸ਼ੇਰੂ ਖੁਦ ਨੂੰ ਬਾਕੀ ਸਾਰਿਆਂ ਤੋਂ ਬਿਲਕੁਲ ਵੱਖਰਾ ਅਤੇ ਉੱਪਰ ਸਮਝਦਾ ਹੈ। ਆਓ ਅੱਗੇ ਵਧੀਏ। ਸਾਡਾ ਦੂਜਾ ਭਾਗ ਹੈ ਮੁਸੀਬਤ ਭਰੀ ਹਨੇਰੀ। ਜੰਗਲ ਵਿੱਚ ਸਭ ਕੁਝ ਬਿਲਕੁਲ ਸ਼ਾਂਤ ਚੱਲ ਰਿਹਾ ਸੀ, ਪਰ ਪਤਾ ਹੈ ਨਾ, ਕੁਦਰਤ ਦੇ ਸਾਹਮਣੇ ਸਭ ਬੇਵੱਸ ਨੇ। ਦੁਪਹਿਰ ਦਾ ਵੇਲਾ ਸੀ ਜਦੋਂ ਅਚਾਨਕ ਇੱਕ ਬਹੁਤ ਹੀ ਤੇਜ਼ ਅਤੇ ਖਤਰਨਾਕ ਹਨੇਰੀ ਆਈ। ਸ਼ੇਰੂ ਇੱਕ ਵੱਡੇ ਦਰਖਤ ਹੇਠਾਂ ਬੇਫਿਕਰ ਸੁੱਤਾ ਪਿਆ ਸੀ। ਹਨੇਰੀ ਇੰਨੀ ਤੇਜ਼ ਸੀ ਕਿ ਉਸ ਦਰਖਤ ਦੀ ਇੱਕ ਵੱਡੀ ਅਤੇ ਸੁੱਕੀ ਟਾਹਣੀ ਟੁੱਟ ਤੇ ਸਿੱਧੀ ਸ਼ੇਰੂ ਦੇ ਪੰਜੇ ਉੱਤੇ ਆ ਡਿੱਗੀ। ਹੁਣ ਸੋਚੋ, ਜੰਗਲ ਦਾ ਸਭ ਤੋਂ ਤਾਕਤਵਰ ਰਾਜਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਹ ਦਰਦ ਨਾਲ ਤੜਪ ਰਿਹਾ ਸੀ। ਪਰ ਸਭ ਤੋਂ ਹੈਰਾਨੀ ਵਾਲੀ ਗੱਲ ਕੀ ਹੋਈ? ਕੋਈ ਇੱਕ ਵੀ ਜਾਨਵਰ ਉਸ ਦੀ ਮਦਦ ਲਈ ਅੱਗੇ ਨਹੀਂ ਆਇਆ। ਕਿਉਂ? ਕਿਉਂਕਿ ਸ਼ੇਰੂ ਨੇ ਪਹਿਲਾਂ ਹੀ ਆਪਣਾ ਇੰਨਾ ਡਰ ਪੈਦਾ ਕੀਤਾ ਹੋਇਆ ਸੀ ਕਿ ਬਾਕੀ ਜਾਨਵਰ ਉਸ ਦੇ ਨੇੜੇ ਜਾਣ ਤੋਂ ਵੀ ਕੰਬਦੇ ਸਨ। ਸੱਚੀ, ਉਸ ਦਾ ਆਪਣਾ ਹੰਕਾਰ ਹੀ ਉਸ ਦੀ ਇਸ ਇਕੱਲਤਾ ਦਾ ਕਾਰਨ ਬਣ ਗਿਆ। ਹੁਣ ਆਪਾਂ ਆਉਂਦੇ ਹਾਂ ਕਹਾਣੀ ਦੇ ਤੀਜੇ ਭਾਗ ਵਿੱਚ, ਨਿੱਕੀ ਚਿੜੀ ਦੀ ਹਿੰਮਤ। ਜਿੱਥੇ ਬਾਕੀ ਸਾਰੇ ਵੱਡੇ ਜਾਨਵਰ ਡਰ ਕੇ ਪਿੱਛੇ ਹਟ ਗਏ, ਉੱਥੇ ਆਪਣੀ ਕਹਾਣੀ ਇੱਕ ਬਹੁਤ ਹੀ ਖੂਬਸੂਰਤ ਮੋੜ ਲੈਂਦੀ ਹੈ। ਉਸੇ ਦਰਖਤ ਤੇ ਜਿੱਥੇ ਸ਼ੇਰੂ ਜ਼ਖਮੀ ਪਿਆ ਸੀ, ਸਾਡੀ ਨਿੱਕੀ ਜੀ ਚੀਂਚੀ ਰਹਿੰਦੀ ਸੀ। ਉਹ ਸੁਭਾਅ ਦੀ ਬਹੁਤ ਦਿਆਲੂ ਸੀ। ਉਸਨੇ ਜਦੋਂ ਜੰਗਲ ਦੇ ਰਾਜੇ ਨੂੰ ਇੰਜ ਤੜਫਦਿਆਂ ਦੇਖਿਆ ਤਾਂ ਉਸ ਤੋਂ ਰਿਹਾ ਨਹੀਂ ਗਿਆ। ਜਦੋਂ ਚੀਂਚੀ ਨੇ ਹੇਠਾਂ ਆ ਕੇ ਸ਼ੇਰੂ ਨੂੰ ਕਿਹਾ ਕਿ ਘਬਰਾਓ ਨਾ, ਮੈਂ ਤੁਹਾਡੀ ਮਦਦ ਕਰਦੀ ਹਾਂ, ਤਾਂ ਸ਼ੇਰੂ ਦਾ ਜਵਾਬ ਸੁਣੋ, ਤੂੰ ਇੰਨੇ ਨਿੱਕੀ ਜੀ ਚਿੜੀ ਮੇਰੀ ਕੀ ਮਦਦ ਕਰੇਂਗੀ? ਮਤਲਬ ਇੰਨੇ ਦਰਦ ਵਿੱਚ ਹੋਣ ਦੇ ਬਾਵਜੂਦ ਵੀ ਸ਼ੇਰੂ ਦਾ ਹੰਕਾਰ ਨਹੀਂ ਟੁੱਟਿਆ। ਉਹ ਚਿੜੀ ਨੂੰ ਦੇਖ ਕੇ ਹੱਸ ਪਿਆ। ਉਸ ਨੂੰ ਲੱਗਾ ਕਿ ਜਿਹੜਾ ਕੰਮ ਵੱਡੇ-ਵੱਡੇ ਜਾਨਵਰ ਨਹੀਂ ਕਰ ਸਕਦੇ, ਉਹ ਇਹ ਮਾਮੂਲੀ ਜੀ ਚਿੜੀ ਕਿਵੇਂ ਕਰੂਗੀ। ਇਹ ਪਲ ਸੱਚਮੁੱਚ ਬਹੁਤ ਅਹਿਮ ਹੈ, ਕਿਉਂਕਿ ਆਪਾਂ ਵੀ ਅਕਸਰ ਲੋਕਾਂ ਦੀ ਕਾਬਲੀਅਤ ਦਾ ਅੰਦਾਜ਼ਾ ਉਹਨਾਂ ਦੇ ਬਾਹਰੀ ਰੂਪ ਰੰਗ ਤੋਂ ਲਗਾ ਲੈਂਦੇ ਹਾਂ। ਪਰ ਚੀਂਚੀ ਨੇ ਸ਼ੇਰੂ ਦੇ ਹਾਸੇ ਦਾ ਬਿਲਕੁਲ ਬੁਰਾ ਨਹੀਂ ਮੰਨਿਆ ਅਤੇ ਨਾ ਹੀ ਹੌਸਲਾ ਛੱਡਿਆ। ਆਓ ਦੇਖੀਏ ਉਸਨੇ ਅਸਲ ਵਿੱਚ ਕੀਤਾ ਕੀ। ਕਦਮ ਪਹਿਲਾ, ਉਸਨੇ ਆਪਣੀ ਛੋਟੀ ਜਿਹੀ ਪਰ ਤਿੱਖੀ ਚੁੰਝ ਨਾਲ ਬਹੁਤ ਹੀ ਧਿਆਨ ਨਾਲ ਟਾਹਣੀ ਦੇ ਹੇਠੋਂ ਕੰਡੇ ਕੱਢਣੇ ਸ਼ੁਰੂ ਕੀਤੇ। ਇਹ ਇੱਕ ਅਜਿਹਾ ਬਾਰੀਕੀ ਵਾਲਾ ਕੰਮ ਸੀ ਜੋ ਕੋਈ ਵੱਡਾ ਜਾਨਵਰ ਆਪਣੇ ਮੋਟੇ ਪੰਜਿਆਂ ਨਾਲ ਕਰ ਹੀ ਨਹੀਂ ਸਕਦਾ ਸੀ। ਕਦਮ ਦੂਜਾ, ਫਿਰ ਉਹ ਫਟਾਫਟ ਉੱਡੀ ਅਤੇ ਜੰਗਲ ਵਿੱਚੋਂ ਇੱਕ ਖਾਸ ਦੇਸੀ ਜੜੀ ਬੂਟੀ ਲੱਭ ਕੇ ਲਿਆਈ। ਅਤੇ ਆਖਰੀ ਕਦਮ, ਉਸਨੇ ਉਹ ਦਵਾਈ ਸ਼ੇਰੂ ਦੇ ਜ਼ਖਮ ਤੇ ਲਗਾ ਦਿੱਤੀ। ਉਸ ਦੀ ਇਸ ਲਗਨ ਨੇ ਸਾਬਿਤ ਕਰ ਦਿੱਤਾ ਕਿ ਉਸ ਦਾ ਛੋਟਾ ਆਕਾਰ ਉਸ ਦੇ ਪੱਕੇ ਇਰਾਦੇ ਅਤੇ ਦਿਆਲਤਾ ਦੇ ਰਾਹ ਵਿੱਚ ਕੋਈ ਰੁਕਾਵਟ ਨਹੀਂ ਸੀ। ਹੁਣ ਆਪਾਂ ਕਹਾਣੀ ਦੇ ਆਖਰੀ ਅਤੇ ਸਭ ਤੋਂ ਜ਼ਰੂਰੀ ਭਾਗ ਵੱਲ ਵਧਦੇ ਹਾਂ। ਭਾਗ ਚੌਥਾ, ਸਿੱਖਿਆ ਅਤੇ ਸੱਚੀ ਦੋਸਤੀ। ਜੜੀ ਬੂਟੀ ਲੱਗਣ ਤੋਂ ਬਾਅਦ ਸ਼ੇਰੂ ਨੂੰ ਬਹੁਤ ਜਲਦੀ ਆਰਾਮ ਮਿਲ ਗਿਆ, ਪਰ ਇਸ ਘਟਨਾ ਨੇ ਸਿਰਫ ਉਸ ਦੇ ਪੰਜੇ ਦਾ ਜ਼ਖਮ ਹੀ ਠੀਕ ਨਹੀਂ ਕੀਤਾ, ਸਗੋਂ ਉਸ ਦੇ ਮਨ ਦਾ ਇੱਕ ਬਹੁਤ ਵੱਡਾ ਭਰਮ ਵੀ ਤੋੜ ਕੇ ਰੱਖ ਦਿੱਤਾ।
ਹੁਣ ਇੱਥੇ ਜੋ ਸਭ ਤੋਂ ਦਿਲਚਸਪ ਗੱਲ ਹੈ ਉਹ ਇਹ ਹੈ ਕਿ ਸ਼ੇਰੂ ਦੀ ਸੋਚ ਪੂਰੀ ਤਰ੍ਹਾਂ ਬਦਲ ਚੁੱਕੀ ਹੈ। ਉਸਨੇ ਆਪਣੀ ਗਲਤੀ ਮੰਨੀ ਅਤੇ ਕਿਹਾ, ਅੱਜ ਤੋਂ ਤੂੰ ਮੇਰੀ ਸਭ ਤੋਂ ਪੱਕੀ ਦੋਸਤ ਹੈ। ਜੇਕਰ ਤੈਨੂੰ ਜੰਗਲ ਵਿੱਚ ਕੋਈ ਵੀ ਤੰਗ ਕਰੇ ਤਾਂ ਬਸ ਮੈਨੂੰ ਯਾਦ ਕਰੀਂ। ਇਹ ਉਹ ਸ਼ੇਰੂ ਬਿਲਕੁਲ ਨਹੀਂ ਹੈ ਜੋ ਆਪਣੀ ਤਾਕਤ ਤੇ ਹੰਕਾਰ ਕਰਦਾ ਸੀ। ਇਹ ਉਹ ਸ਼ੇਰੂ ਹੈ ਜਿਸ ਨੂੰ ਸਮਝ ਆ ਗਈ ਹੈ ਕਿ ਇੱਕ ਛੋਟੀ ਜਿਹੀ ਚਿੜੀ ਦਾ ਦਿਲ ਉਸਦੀ ਆਪਣੀ ਤਾਕਤ ਤੋਂ ਕਿਤੇ ਜ਼ਿਆਦਾ ਵੱਡਾ ਹੈ। ਉਸਨੇ ਸਮਝ ਲਿਆ ਹੈ ਕਿ ਅਸਲ ਕੀਮਤ ਸਰੀਰ ਦੀ ਨਹੀਂ ਬਲਕਿ ਸਾਡੇ ਦਿਲ ਦੀ ਹੁੰਦੀ ਹੈ। ਇਹ ਸਿਰਫ ਇੱਕ ਧੰਨਵਾਦ ਨਹੀਂ ਸੀ ਬਲਕਿ ਉਮਰ ਭਰ ਦੀ ਸੁਰੱਖਿਆ ਅਤੇ ਦੋਸਤੀ ਦਾ ਵਾਅਦਾ ਸੀ। ਇਸ ਲਈ ਸਭ ਤੋਂ ਅਹਿਮ ਨੁਕਤਾ ਇਹ ਹੈ ਕਿ ਆਪਾਂ ਇਸ ਕਹਾਣੀ ਤੋਂ ਅਸਲ ਵਿੱਚ ਕੀ ਸਿੱਖ ਸਕਦੇ ਹਾਂ। ਪਹਿਲੀ ਗੱਲ, ਕਦੇ ਵੀ ਕਿਸੇ ਨੂੰ ਉਸਦੇ ਆਕਾਰ ਜਾਂ ਬਾਹਰੀ ਦਿੱਖ ਤੋਂ ਛੋਟਾ ਜਾਂ ਕਮਜ਼ੋਰ ਨਹੀਂ ਸਮਝਣਾ ਚਾਹੀਦਾ। ਆਪਾਂ ਅਕਸਰ ਲੋਕਾਂ ਨੂੰ ਉਹਨਾਂ ਦੇ ਰੁਤਬੇ ਤੋਂ ਪਰਖਦੇ ਹਾਂ, ਜੋ ਕਿ ਬਿਲਕੁਲ ਗਲਤ ਹੈ। ਦੂਜੀ ਗੱਲ, ਇਨਸਾਨ ਦੀ ਅਸਲੀ ਕੀਮਤ ਉਸਦੇ ਵੱਡੇ ਦਿਲ, ਉਸਦੀ ਹਮਦਰਦੀ ਅਤੇ ਚੰਗੇ ਕੰਮਾਂ ਨਾਲ ਹੁੰਦੀ ਹੈ, ਬਿਲਕੁਲ ਆਪਣੀ ਪਿਆਰੀ ਚੀਚੀ ਵਾਂਗ। ਅਤੇ ਤੀਜੀ ਸਭ ਤੋਂ ਵੱਡੀ ਸਿੱਖਿਆ, ਮੁਸੀਬਤ ਵੇਲੇ ਕੰਮ ਆਉਣ ਵਾਲਾ ਹੀ ਅਸਲ ਮਿੱਤਰ ਹੁੰਦਾ ਹੈ। ਜਦੋਂ ਬਾਕੀ ਸਾਰੇ ਜਾਨਵਰ ਡਰ ਕੇ ਪਿੱਛੇ ਹਟ ਗਏ ਸਨ, ਤਦ ਸਿਰਫ ਇਹੀ ਚਿੜੀ ਅੱਗੇ ਆਈ ਸੀ। ਇਸ ਪੂਰੀ ਚਰਚਾ ਨੂੰ ਸਮੇਟਦਿਆਂ ਆਓ ਇੱਕ ਬਹੁਤ ਹੀ ਡੂੰਘੇ ਸਵਾਲ ਤੇ ਵਿਚਾਰ ਕਰੀਏ। ਸਾਡੇ ਆਪਣੇ ਸਮਾਜ ਵਿੱਚ, ਸਾਡੀ ਆਪਣੀ ਜ਼ਿੰਦਗੀ ਵਿੱਚ ਅਸਲੀ ਤਾਕਤ ਆਖਿਰ ਕਿੱਥੋਂ ਆਉਂਦੀ ਹੈ? ਕੀ ਇਹ ਸਾਡੇ ਸਰੀਰਕ ਬਲ, ਪੈਸੇ ਜਾਂ ਸਾਡੇ ਰੁਤਬੇ ਤੋਂ ਆਉਂਦੀ ਹੈ? ਜਾਂ ਫਿਰ ਇਹ ਸਾਡੀ ਦਿਆਲਤਾ, ਹਿੰਮਤ ਅਤੇ ਦੂਜਿਆਂ ਦੀ ਮਦਦ ਕਰਨ ਦੇ ਜਜ਼ਬੇ ਤੋਂ ਮਿਲਦੀ ਹੈ? ਸ਼ੇਰੂ ਅਤੇ ਚਿੜੀ ਦੀ ਇਹ ਕਹਾਣੀ ਸਾਨੂੰ ਸਾਰਿਆਂ ਨੂੰ ਇਹ ਸੋਚਣ ਲਈ ਮਜਬੂਰ ਕਰਦੀ ਹੈ ਕਿ ਸ਼ਾਇਦ ਅਸਲ ਤਾਕਤ ਉਹਨਾਂ ਛੋਟੇ-ਛੋਟੇ ਨੇਕ ਕੰਮਾਂ ਵਿੱਚ ਲੁਕੀ ਹੁੰਦੀ ਹੈ ਜੋ ਆਪਾਂ ਰੋਜ਼ਾਨਾ ਕਰਦੇ ਹਾਂ। ਹੈ ਨਾ ਕਮਾਲ ਦੀ ਗੱਲ? ਇਸ ਵਿਚਾਰ ਨੂੰ ਆਪਾਂ ਹਮੇਸ਼ਾ ਆਪਣੇ ਨਾਲ ਰੱਖੀਏ। ਅੱਜ ਦੀ ਇਸ ਪੇਸ਼ਕਾਰੀ ਵਿੱਚ ਸਾਡੇ ਨਾਲ ਜੁੜਨ ਲਈ ਬਹੁਤ-ਬਹੁਤ ਧੰਨਵਾਦ।